ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੂਸਰਾ ਅਧਿਆਇ ਦੋਹਰਾ। ਲੋਭ ਮੂਢ ਸਹਸਾ ਕਪਟ, ਝੂਠ ਅਵਿਦਿਆ ਅਸੋਚ, ਸਾਧ ਦੋਖ ਯਹ ਨਾਰ ਮੈਂ, ਸਦਾ ਸਹਾਇ ਕਰੋਚ। ਲੋਭ ਮੂਢ ਸਹਸਾ ਕਪਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਚਾਣਕੇ ਰਾਜਨੀਤੀ ਗ੍ਰੰਥ ਆਪਾਂ ਪੜ੍ਹ ਵਿਚਾਰ ਰਹੇ ਹਾਂ। ਪਹਿਲਾ ਅਧਿਆਇ ਕੱਲ ਸਮਾਪਤ ਹੋ ਚੁੱਕਾ ਸੀ। ਅੱਜ ਦੂਸਰਾ ਅਧਿਆਇ ਪ੍ਰਾਰੰਭ ਕੀਤਾ ਹੈ। ਪਹਿਲਾ ਦੋਹਰਾ ਆਪਾਂ ਪਾਠ ਰੂਪ ਚ ਪੜ੍ਹ ਲਿਆ ਵਾ, ਜਿਸ ਵਿੱਚ ਜਿਹੜੀ ਪਰਾਈ ਇਸਤਰੀ ਆ, ਮਤਲਬ ਇਸਤਰੀ ਜਿਹੜੀ ਪਰਾਈ ਇਸਤਰੀ ਤੋਂ ਬਚਣ ਲਈ ਦਵੈਖ ਦ੍ਰਿਸ਼ਟੀ ਦਿਖਾਉਂਦੇ ਹੋਏ ਉਚਾਰਨ ਕੀਤਾ ਦੋਹਰਾ। ਵੀ ਸੁਣੋ, ਇਹ ਤੋਂ ਤੇ ਆਪਣੀ ਰੱਖਿਆ ਹੀ ਕਰਨੀ ਚਾਹੀਦੀ ਮਨੁੱਖ ਨੂੰ ਇਸਤਰੀ ਤੋਂ, ਪਰਾਈ ਤੋਂ। ਕਿਉਂ? ਲੋਭ ਮੂਢ ਸਹਸਾ ਕਪਟ। ਕਹਿੰਦੇ ਲੋਭ ਕਹੀਏ ਲਾਲਚ, ਮੂਢ ਮੂਰਖਤਾਈ, ਸਹਸਾ ਸੰਸਾ ਸ਼ੱਕ ਦੁਚਿਤਾਪਨ ਦੁਬਿਧਾ, ਫਿਰ ਕਪਟ ਛਲ ਫਰੇਬ ਧੋਖਾ। ਤਿੰਨੇ ਅਰਥ ਹੁੰਦੇ ਇਹਦੇ ਕਪਟ ਦੇ। ਝੂਠ ਅਨਪੜ੍ਹਤਾ, ਝੂਠ ਦਾ ਝੂਠ ਹੀ, ਝੂਠ ਬੋਲਣ ਦੀ ਆਦਤ। ਅਵਿਦਿਆ ਕਹੀਏ ਬੇਸਮਝੀ, ਅਨਪੜ੍ਹਤਾ। ਅਨਪੜ੍ਹਤਾ ਨਹੀਂ, ਪੜ੍ਹੇ ਦੇ ਹੁੰਦੇ ਹੀ ਆ, ਮਤਲਬ ਬੇਸਮਝੀ। ਅਸੋਚ ਅਪਵਿੱਤਰਤਾ, ਭਾਵ ਮਾਸਿਕ ਧਰਮ ਸਮੇਂ ਆਦਿ ਇਸਤਰੀ ਦੇ ਇਸ ਸਰੀਰ ਵਿੱਚ ਔਗਣ ਹਨ। ਅਸੋਚ ਸਮਝਦੇ ਆ ਨਾ, ਅਪਵਿੱਤਰਤਾ, ਗੰਦੇ ਬਣ ਕੇ ਰਹਿਣਾ, ਮਹਾਂਮਾਰੀ ਦਾ ਸੰਬੰਧ ਨਾਲ ਜੋੜ ਕੇ ਕਹਿੰਦੇ ਆ। ਸਾਧ ਦੋਖ ਯਹ ਨਾਰ ਮੈਂ, ਕਹਿੰਦੇ ਯਹ, ਇਹ ਜਿਹੜੇ ਤੁਹਾਨੂੰ ਦੱਸੇ ਆ ਨਾ ਉਪਰੋਕਤ ਹੁਣੇ ਪਹਿਲੀ ਤੁਕ ਚ। ਉਪਰੋਕਤ ਕਹੀਦਾ ਉੱਪਰ ਓਕਤ, ਉੱਪਰ ਜੋ ਉਕਤ ਕਹੀਏ ਕਥਨ ਕੀਤਾ, ਉੱਪਰਲੇ ਜੋ ਕਥਨ ਕੀਤੇ ਆ, ਯਹ ਦਾ ਅਰਥ ਇਹ ਉਪਰੋਕਤ ਜਿਹੜੇ 7 ਦੋਖ ਦੋਸ਼ ਐਬ ਆ ਨਾਰ ਇਸਤਰੀ ਦੇ, ਮੈਂ ਕਹੀਏ ਵਿੱਚ ਸੁਭਾਵ ਕੀ ਪਾਏ ਜਾਂਦੇ ਆ, ਹੁੰਦੇ ਹੀ ਆ। ਤੇ 7 ਕਮਜ਼ੋਰੀਆਂ ਹਨ ਇਸ ਵਿੱਚ। ਸਦਾ ਸਹਾਇ ਕਰੋ, ਇਸ ਲਈ ਪੁਰਖ ਐਸੀ ਇਸਤਰੀ ਤੋਂ ਬਚਣ ਲਈ ਸਦਾ ਕਹੀਏ ਹਮੇਸ਼ਾ ਆਪਣੀ ਸਹਾਇਤਾ ਲਈ ਜਿਹੜੀ ਹੈ ਨਾ ਰੁਚੀ ਕਰੋਜ ਕਹੀਏ ਕਰੇ। ਕਰੋਜ ਦਾ ਅਰਥ ਕਰੋ ਜਾਂ ਕਰੇ। ਸਾਤ ਦੋਖ ਯਹ ਨਾਰ ਮੈਂ, ਇਸਤਰੀ 'ਚ 7 ਦੋਖ ਆ। ਇੱਕ ਤੇ ਲਾਲਚ ਬੜਾ ਹੁੰਦਾ, ਇਹ ਗੱਲ ਵੀ ਸਹੀ। ਖਾਣ ਪੀਣ ਦਾ ਵੀ, ਕੱਪੜੇ ਦੱਠੇ ਦਾ। ਮੂਡ ਮੂਰਖਤਾ ਦਾ ਹੀ ਬੜੀ, ਜਦੋਂ ਆਪਣੀ ਮੂਰਖਤਾਈ ਦੇ ਆ ਜਾਣਾ ਫਿਰ ਨਹੀਂ ਕੱਖ ਵੀ ਵੇਖਣਾ। ਇਸ ਕਰਕੇ 7 ਦੋਸ਼ ਦੱਸੇ। ਇਹ ਤੋਂ ਸਦਾ ਸਹਾਇਕ ਰੋਜ਼ ਮਨੁੱਖ ਨੂੰ ਸਦਾ ਹੀ ਆਪਣੀ ਜਿਹੜੀ ਹੈ ਨਾ ਇਸ ਬਚਣ ਲਈ ਇਸਤਰੀ ਤੋਂ, ਐਸੀ ਇਸਤਰੀ ਤੋਂ, ਪਰਾਈ ਇਸਤਰੀ ਤੋਂ ਸਹਾਇਤਾ ਕਰੋਜ ਕਹੀਏ ਕਰਨੀ ਚਾਹੀਦੀ। ਇੱਕ ਤੇ ਮਤਲਬ ਵਿਦਵਾਨ ਜਨ ਇਸ ਪੱਖ ਨੂੰ ਲੈ ਕੇ ਕਹਿ ਦਿੰਦੇ ਵੀ ਪਰਾਈ ਇਸਤਰੀ ਦਾ ਇੱਥੇ ਕਥਨ ਆ, ਪਰ ਪਰਾਈ ਇਸਤਰੀ ਦੀ ਗੱਲ ਵੀ ਨਹੀਂ ਅਸੀਂ ਅਸਲ ਵਿੱਚ। ਕਿਉਂਕਿ ਘਰ ਵਾਲੀ 'ਚ ਵੀ ਇਹ ਔਗਣ ਹੋ ਸਕਦੇ ਤੇ ਹੁੰਦੇ ਆ। ਲਾਲਚ ਵੀ ਕਈਆਂ 'ਚ ਹੁੰਦਾ ਵਾ, ਮੂਰਖਪੁਣਾ ਹੁੰਦਾ, ਲੱਖ ਸਮਝਾਓ ਜਿਹੜੀ ਕਲੇ ਪਾਲੀ ਉਹ ਹਟਦੀ ਨਹੀਂ।
ਸਹਿਸਾ ਸੰਸਾ ਸ਼ੱਕ ਵੀ ਬਣਿਆ ਰਹਿੰਦਾ ਪਤੀ ਦੇ। ਬਹੁਤਿਆਂ ਨੂੰ ਕਪਟ ਛਲ ਫਰੇਬ ਵੀ ਹੁੰਦਾ, ਕਰਨਾ ਕੁਝ ਦੱਸਣਾ ਕੁਝ, ਧੋਖਾ ਹੀ ਕਰਨਾ ਹੁੰਦਾ, ਝੂਠ ਵੀ ਹੁੰਦਾ, ਖਰਚਾ ਕੋਈ ਕਰ ਆਉਣਾ, ਦੱਸਣਾ ਕੁਝ। ਅਵਿਦਿਆ ਬੇਸਮਝੀ ਹੁੰਦੀ ਹੈ, ਬੇਸਮਝੀ ਕਰਕੇ ਕਈ ਨਿਆਣੇ ਵੀ ਛੱਡ ਕੇ ਚਲੇ ਜਾਂਦੀਆਂ ਨਾ। ਅਸੋਚ ਉਹ ਤੇ ਸ਼ਰੀਰ ਕੁਦਰਤ ਦੀ ਇੱਕ ਦੇਣ ਆ, ਅਸੋਚ ਪੁਣਾ ਪਵਿੱਤਰ ਪੁਣਾ ਮਹਾਂਮਾਰੀ ਕਰਕੇ। ਤੇ 7 ਦੋਖ ਇਹ ਇਸਤਰੀ ਵਿੱਚ ਸੁਤੇ ਸੇਤੀ ਆ। ਕੋਈ ਪਤੀ ਵਰਤਾ ਧਰਮ ਵਾਲੀ ਬੜੀ ਗੁਰੂ ਵੱਲੋਂ ਹੀ ਮਿਹਰ ਹੋਵੇ ਪਰਮੇਸ਼ਰ ਵੱਲੋਂ ਤਾਂ ਉਹਦਾ ਬਚਾਅ ਹੋ ਸਕਦਾ, ਨਹੀਂ ਤੇ 7 ਸੱਚਮੁੱਚ ਹੀ ਜਾਣ ਕੇ ਨੇ ਐਵੇਂ ਨਹੀਂ ਕਹਿ ਦਿੱਤਾ, ਕਿਉਂਕਿ ਉਹਨਾਂ ਇੱਥੇ ਲਿਖਿਆ ਹੀ ਨਹੀਂ ਆ ਵੀ 7 ਦੋਖੀ ਹੈ ਪਰ ਨਾਰ ਮੈਂ, ਨਹੀਂ ਤੇ ਪਰ ਲਿਖ ਦਿੰਦੇ ਉਹ ਜੇ ਖਾਸ ਕਰਕੇ ਪਰ ਇਸਤਰੀ ਤੇ ਲਾਇਆ ਹੁੰਦਾ ਤੇ ਉਹਨਾਂ ਸਿੱਧਾ ਸਿੱਧਾ ਲਿਖਿਆ ਹੀ ਹੈ ਨਾਰ ਮੈਂ। ਇਸਤਰੀ ਵਿੱਚ 7 ਦੋਸ਼ ਕਮਜ਼ੋਰੀਆਂ ਨੁਕਸ ਹਨ। ਸਦਾ ਸਹਾਇ ਕਰੋ, ਸਦਾ ਆਪਣੀ ਮਨੁੱਖ ਨੂੰ ਚਾਹੀਦਾ ਵੀ ਸਹਾਇਤਾ ਕਰੇ, ਭਾਵੇਂ ਇਸ ਤਰ੍ਹਾਂ ਬਹੁਤਾ ਇਸਤਰੀ ਲੰਪਟ ਨਾ ਹੋਵੇ। ਜਦ ਸਦਾ ਸਹਾਇ ਕਰੋ ਜਾਂ ਵੀ ਉਹਦੀ ਮਦਦ ਕਰਨੀ ਚਾਹੀਦੀ ਇਸਤਰੀ ਦੀ, ਕਿਉਂਕਿ ਉਹ ਤੇ ਇਹੋ ਜਿਹੀ ਆ 7 ਔਗਣ 'ਚ ਹੋ ਜਾਂਦੇ ਆ, ਸੁਭਾਵਿਕ ਹੀ ਆ ਉਹਦੇ ਅੰਦਰ, ਤੇ ਬੰਦਾ ਹੀ ਉਹਨੂੰ ਸਗੋਂ ਟਾਲੇ, ਲਾਲਚ ਕਰੇ ਤਾਂ ਵੀ ਸਮਝਾਵੇ, ਮੂਰਖਪਣਾ ਕਰੇ ਤਾਂ ਵੀ ਸਮਝਾਵੇ। ਪਰ ਇਹ ਗੱਲ ਪੱਕੀ ਆ ਵੀ ਜਦੋਂ ਆਪਣੀ ਆਏ ਤੇ ਆ ਗਈ ਫਿਰ ਸਮਝਾ ਨਹੀਂ ਕੋਈ ਸਕਦਾ। ਰਾਜ ਹੱਠ, ਤਰੀਆ ਹੱਠ, ਬਾਲ ਹੱਠ, ਇਹ ਬੜੇ ਮਾੜੇ ਹੁੰਦੇ। ਸੋ ਪੁਰਖ ਨੂੰ ਇਹਨਾਂ ਕੋਲੋਂ ਬਚਣਾ ਹੀ ਚਤੁਰਾਈ ਚੰਗੀ ਬੰਦੇ ਦੀ। ਜਦੋਂ ਇਸਤਰੀ ਵਿੱਚ ਮਤਲਬ ਸਿੱਧਾ ਜਿਵੇਂ ਵੀ ਲਾ ਲਓ ਵੀ ਜੇ ਇਹਨਾਂ ਵਿੱਚੋਂ ਕੋਈ ਵੀ ਦੋਸ਼ ਵੇਖੇ ਨਾ, ਉਸ ਵੇਲੇ ਚਤੁਰਾਈ ਨਾਲ ਆਪਣਾ ਬਚਾਅ ਕਰ ਲਵੇ। ਜੇਕਰ ਬਚਨ ਦਾ ਧਿਆਨ ਨਹੀਂ ਰੱਖੇਗਾ ਤਦ ਪੁਰਖ ਨੂੰ ਇਹਨਾਂ ਤੋਂ ਹਾਨੀ ਹੋਣ ਦਾ ਸਦਾ ਡਰ ਬਣਿਆ ਰਹਿੰਦਾ ਹੈ। ਹਮੇਸ਼ਾ ਪਰਮਾਤਮਾ ਨੂੰ ਬੇਨਤੀ ਕਰੇ ਕਿ ਮਹਾਰਾਜ ਮੈਂ ਤੇ ਬਚ ਨਹੀਂ ਸਕਦਾ, ਤੁਸੀਂ ਮੇਰਾ ਸਦਾ ਸਹਾਇ ਕਰੋ, ਸਦਾ ਤੁਸੀਂ ਮੇਰੀ ਸਹਾਇਤਾ ਕਰੋ। ਮਹਾਰਾਜ ਮੈਂ ਕੀ ਕਰ ਸਕਦਾ ਆਪਣੇ, ਬਚੇ ਬਚਾਵੈ ਰਾਮ, ਇਹ ਤੇ ਬਚੇ ਤਾਂ ਜੇ ਬਚਾਵੈ ਰਾਮ ਪਰਮੇਸ਼ਰ, ਦਸਮ ਪਿਤਾ ਚਰਿਤਰਾਂ ਵਿੱਚ ਕਹਿੰਦੇ ਹਨ। ਠੀਕ ਆ ਜੀ। ਮਤਲਬ ਪਰਾਈ ਇਸਤਰੀ ਦਾ ਇਹ ਵਿਦਵਾਨ ਲਾ ਲੈਂਦੇ ਆ, ਮਤਲਬ ਪਰਾਈ ਇਸਤਰੀ ਤੇ ਵੀ ਨਹੀਂ ਆਖਣਾ ਵੀ ਪਰਾਈ ਇਸਤਰੀ ਤੇ ਆਪਣੀ ਵਿੱਚ ਨਹੀਂ ਹੋ ਸਕਦਾ, ਕਿਸੇ 'ਚ ਵੀ ਔਗਣ ਹੋ ਸਕਦੇ। ਮਤਲਬ ਕਵੀ ਨੇ ਲਿਖਿਆ ਤਕਰੀਬਨ ਚਾਣਕੇ ਜੀ ਨੇ ਵੀ ਇਸਤਰੀ ਵਿੱਚ, ਤੇ ਇਸੇ ਕਰਕੇ ਕਹਿੰਦੇ ਨੇ ਵੀ ਕੋਈ ਪਤੀ ਵਰਤਾ ਧਰਮ ਵਾਲੀ ਆ ਜਿਹਦੇ ਵਿੱਚ ਐਸੇ ਨਾ ਔਗਣ ਹੋਣ, ਨਹੀਂ ਤੇ ਆਮ ਹੀ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਭਾਵੇਂ ਇਸ ਗੱਲ ਦਾ ਕੋਈ ਵਿਦਵਾਨ ਖੰਡਨ ਕਰਨ ਦੀ ਕੋਸ਼ਿਸ਼ ਕਰੇ, ਜੋ ਕਿ ਮੰਦਾ ਔਖੀ ਹੈ ਜਦ ਜੰਮੈ ਹੈ ਰਾਜਾ। ਗੁਰੂ ਸਾਹਿਬ ਦਾ ਉੱਥੇ ਹੋਰ ਪੱਖ ਹੈ, ਕਿਉਂਕਿ ਪੰਡਤਾਂ ਨੇ ਉੱਥੇ ਇਸਤਰੀ ਨੂੰ ਅੰਨਾ ਖੂਹ ਦੱਸਿਆ ਸੀ, ਤਾਂ ਕਰਕੇ ਇੱਥੇ ਰਾਜਨੀਤੀ ਚਾਣਕੇ ਰਿਸ਼ੀ ਸੁਭਾਵਕ ਹੀ ਇਹ ਗੱਲ ਕਹਿ ਰਹੇ ਤੇ ਜੋ ਗੱਲ ਬਿਲਕੁਲ 16 ਨਹੀਂ ਸਹੀ। ਜੋ ਨਿਸ਼ਚੈ ਛਾੜ ਕੇ, ਜੋ ਨਿਸ਼ਚੈ ਕੋ ਛੱਡ ਕੇ, ਜੋ ਕਹੀਏ ਜਿਹੜਾ ਮਨੁੱਖ ਆਪਣੇ ਇਸ਼ਟ ਤੇ, ਠੀਕ ਹੈ ਜੀ, ਜਿਹੜਾ ਮਨੁੱਖ ਆਪਣੇ ਇਸ਼ਟ ਤੇ ਜਾਂ ਜਿਹੜਾ ਮਨੁੱਖ ਨਿਸ਼ਚੈ ਭਾਵ ਯਕੀਨ, ਵਿਸ਼ਵਾਸ, ਭਰੋਸਾ ਆਦਿਕ ਨੂੰ ਛੱਡ ਕੇ ਕਰ ਅਨਿਸ਼ਚੈ ਚਾਹੇ ਬੇਵਿਸ਼ਵਾਸੀ, ਨਿਸ਼ਚੈ ਬੇਵਿਸ਼ਵਾਸੀ ਭਰੋਸੇ ਤੋਂ ਬਿਨਾਂ, ਯਕੀਨ ਤੋਂ ਬਿਨਾਂ, ਸਿੱਧਾ ਜਦ ਬੇਵਿਸ਼ਵਾਸੀ ਵਿੱਚ ਜਿਹੜਾ ਯਕੀਨ ਕਰਦਾ ਹੈ, ਜੋ ਪੁਰਖ ਆਪਣੇ ਇਸ਼ਟ ਨੂੰ ਜਾਂ ਸਿੱਧਾ ਜਾਪੀ ਆਪਣੇ ਯਕੀਨ ਭਰੋਸੇ ਨੂੰ ਛੱਡ ਕੇ, ਵਿਸ਼ਵਾਸ ਨੂੰ ਛੱਡ ਕੇ ਤੇ ਤਿਆਗ ਕੇ ਤੇ ਐਵੇਂ ਬੇਵਿਸ਼ਵਾਸੀ ਕਰਦਾ, ਜਾਂ ਆਪਣੇ ਇਸ਼ਟ ਤੇ ਭਰੋਸਾ ਛੱਡ ਕੇ ਹੋਰ ਇਸ਼ਟ ਦੀ ਜਿਹੜੀ ਆ ਉਪਾਸਨਾ ਕਰਦਾ,
ਜਿਹੜੀ ਕਿ ਨਿਸ਼ਚੇ ਵਾਲੀ ਨਹੀਂ, ਬੇਵਿਸ਼ਵਾਸੀ, ਜਿਹੜੀ ਨਹੀਂ ਕਰਨੀ ਚਾਹੀਦੀ ਸੀ, ਯਕੀਨ ਭਰੋਸਾ ਜਿੱਤੇ ਨਹੀਂ ਕਰਨਾ ਚਾਹੀਦਾ ਸੀ, ਉਹਦੀ ਵੀ ਚਾਹਨਾ ਕਰਦਾ, ਉਹਦੀ ਉਪਾਸਨਾ ਕਰਨ ਦੀ ਚਾਹਨਾ ਕਰਦਾ। ਤਿਨ ਕਾ ਨਿਸ਼ਚਾ ਜਾਤ ਹੈ, ਤਿਨ ਕਾ ਕਹੀਏ ਉਸ ਪੁਰਸ਼ ਦਾ, ਤਿਸ ਪੁਰਸ਼ ਦਾ ਜਾਂ ਉਸ ਪੁਰਸ਼ ਦਾ ਨਿਸ਼ਚਾ ਜਾਤ ਹੈ। ਨਿਸ਼ਚਾ ਜਿਹੜਾ ਨਾ ਆਪਣੇ ਇਸ਼ਟ ਉੱਪਰ ਕੀਤਾ ਹੋਇਆ ਨਿਸ਼ਚਾ, ਵਿਸ਼ਵਾਸ, ਯਕੀਨ, ਭਰੋਸਾ ਵੀ ਜਾਤ ਕਹੀਏ ਜਾਂਦਾ ਰਹਿੰਦਾ ਹੈ। ਅਤੇ ਝੂਠ ਅਨਿਸ਼ਚੈ ਹੈ, ਅਤੇ ਜਿਹੜਾ ਅਨਿਸ਼ਚਾ ਬੇਵਿਸ਼ਵਾਸੀ ਹੈ, ਜਿਹਨੂੰ ਨਹੀਂ ਸੀ ਪੂਜਣਾ ਚਾਹੀਦਾ, ਇਸ਼ਟ ਨੂੰ ਉਪਾਸਨਾ ਜੀ ਨਹੀਂ ਸੀ ਕਰਨੀ ਚਾਹੀਦੀ, ਉਹਦੇ ਵਿੱਚ ਉਹਦਾ ਝੂਠ ਅਨਿਸ਼ਚੈ ਮਾਹੇ ਉਹਦਾ ਭਰੋਸਾ ਜਾਂਦਾ ਰਹਿੰਦਾ, ਭਾਵ ਦੂਰ ਹੋ ਜਾਂਦਾ, ਤੇ ਉਹ ਝੂਠ ਅਨਿਸ਼ਚੈ ਮਾਹੇ ਬੇਵਿਸ਼ਵਾਸੀ ਝੂਠ ਵਿੱਚ ਯਕੀਨ ਕਰਨ ਲੱਗ ਪੈਂਦਾ। ਆਪਣੇ ਇਸ਼ਟ ਤੋਂ ਤੇ ਯਕੀਨ ਚਲਿਆ ਜਾਂਦਾ, ਤੇ ਝੂਠ ਤੇ ਬੇਵਿਸ਼ਵਾਸੀ ਵਿੱਚ ਜ਼ਿਆਦਾ ਯਕੀਨ ਕਰਨ ਲੱਗ ਪੈਂਦਾ। ਜਾਂ ਬੇਵਿਸ਼ਵਾਸੀ ਜਿਹੜੀ ਨਾ ਅਨਿਸ਼ਚਾ, ਯਕੀਨੀ ਨਾ ਭਰੋਸਾ, ਬੇਵਿਸ਼ਵਾਸੀ, ਉਹਦੇ ਵਿੱਚ ਜ਼ਿਆਦਾ ਉਹ ਝੂਠ ਵਿੱਚ ਜ਼ਿਆਦਾ ਲੱਗ ਜਾਂਦਾ, ਉੱਧਰ ਵਿਸ਼ਵਾਸ ਜ਼ਿਆਦਾ ਕਰਦਾ, ਕਿਉਂਕਿ ਉਹ ਝੂਠਾ ਹੀ ਹੋ ਜਾਂਦਾ ਆਪ ਵੀ। ਸਿੱਧਾ ਜਿਵੇਂ ਵੀ ਅਰਥ ਬਣ ਜਾਂਦਾ ਵੀ ਜੋ ਨਿਸ਼ਚੈ ਕੋ ਛੱਡ ਕੇ, ਵੀ ਜੋ ਮਨੁੱਖ ਪਹਿਲਾਂ ਦਾ ਜਿਹੜਾ ਦਾ ਨਿਸ਼ਚੈ ਪੂਰਵਕ ਯਕੀਨਨ ਕੰਮ ਚੱਲ ਰਿਹਾ ਸੀ, ਉਹ ਕੰਮ ਉੱਪਰ ਨਿਸ਼ਚਾ ਛੱਡ ਕੇ ਕਿ ਉਹ ਕੰਮ ਨੂੰ ਛੱਡ ਕਰਕੇ ਤੇ ਉਹ ਕੰਮ ਉੱਪਰ ਨਾ ਨਿਸ਼ਚਾ ਕਰਕੇ ਛੱਡ ਦਿੰਦਾ, ਕਰੇ ਅਨਿਸ਼ਚੈ ਚਾਹੇ। ਤੇ ਜਿਸ ਕੰਮ ਦੇ ਅਜੇ ਹੋਣ ਦੀ ਕੋਈ ਅਜੇ ਆਸਾ ਵੀ ਨਹੀਂ ਹੁੰਦੀ, ਉਸ ਦੀ ਆਸਾ ਕਰੀ ਜਾਂਦਾ, ਉਹਦੇ ਯਕੀਨ ਕਰੀ ਜਾਂਦਾ, ਉਹਦੀ ਚਾਹਨਾ ਕਰੀ ਜਾਂਦਾ। ਉਹ ਤਾਂ ਤਿਨ ਕਾ ਨਿਸ਼ਚਾ ਜਾਤ ਹੈ, ਉਹ ਹੋਏ ਕੰਮ ਦਾ ਤਾਂ ਆਪ ਨਿਸ਼ਚਾ ਕਰਦਾ ਹੈ। ਹੋਏ ਕੰਮ ਦਾ ਤਾਂ ਆਪ ਨਿਸ਼ਚਾ ਕਰਦਾ ਹੈ, ਤੇ ਨਾ ਹੋਣ ਵਾਲੇ ਕੰਮ ਨੇ ਜਿਹਦੀ ਉਹ ਆਸ ਕਰਦਾ ਸੀ, ਹੋਣਾ ਹੀ ਨਹੀਂ। ਸੋ ਇਸ ਕਰਕੇ ਦੋਹਾਂ ਪਾਸਿਓਂ ਖਾਲੀ ਰਹਿ ਜਾਂਦਾ। ਸਿੱਧਾ ਜਿਹਾ ਸੌਖਾ ਅਰਥ ਇਹਦਾ ਐਵੇਂ ਆ, ਜੋ ਨਿਸ਼ਚਾ ਕੋ ਛੱਡ ਕੇ। ਔਰ ਜਿਹੜਾ ਮਨੁੱਖ ਨਿਸ਼ਚਾ, ਯਕੀਨ, ਭਰੋਸੇ ਨੂੰ ਛੱਡ ਕੇ ਕਰੇ ਅਨਿਸ਼ਚੈ ਮਾਹੇ, ਬੇਵਿਸ਼ਵਾਸੀ ਵਿੱਚ ਚਾਹਨਾ, ਇੱਛਾ, ਯਕੀਨ ਕਰਦਾ ਨਾ, ਤੇ ਤਿਨ ਕਾ ਨਿਸ਼ਚਾ ਜਾਤ, ਉਹਦਾ ਨਿਸ਼ਚਾ ਭਰੋਸਾ ਜਿਹੜਾ ਚਲਿਆ ਜਾਂਦਾ ਜਮਾਂ ਹੀ, ਕਿਉਂਕਿ ਬੇਵਿਸ਼ਵਾਸੀ 'ਚ ਪੈ ਗਿਆ। ਝੂਠ ਅਨਿਸ਼ਚੈ ਮਾਹੇ, ਹਾਂਜੀ, ਝੂਠ ਅਨਿਸ਼ਚੈ ਮਾਹੇ, ਝੂਠਾ ਉਹ ਸਗੋਂ ਝੂਠਾ ਜਿਹੜਾ ਅਨਿਸ਼ਚੈ ਨਾ ਬੇਵਿਸ਼ਵਾਸੀ, ਉਹਦੇ ਵਿੱਚ ਜ਼ਿਆਦਾ ਯਕੀਨ ਕਰਨ ਲੱਗ ਪੈਂਦਾ। ਇੱਦਾਂ ਹੀ ਹਾਲਤ ਹੋ ਜਾਂਦੀ ਨਾ। ਗੁਰੂ ਘਰ ਦੀ ਮਰਿਆਦਾ ਦੱਸੋ, ਉਹ ਤੇ ਨਿਸ਼ਚੇ ਵਾਲੀ ਜੀ, ਵਿਸ਼ਵਾਸ ਵਾਲੀ ਜੀ, ਉਹ ਤੇ ਵਿਸ਼ਵਾਸ ਨਹੀਂ ਵੱਜਦਾ, ਤੇ ਮਰਿਆਦਾ ਤੋਂ ਤੋੜੋ ਤਾਂ ਉਹ 'ਚ ਝੱਟ ਲੋਕਾਂ ਨੂੰ ਵਿਸ਼ਵਾਸ ਵੱਜੀ ਜਾਣ ਡਿਆ। ਬਾਣੀ ਜ਼ਿਆਦਾ ਪੜ੍ਹੋ, ਉਹ 'ਚ ਵਿਸ਼ਵਾਸ ਨਹੀਂ ਵੱਜਦਾ, ਉਹ ਵਿਸ਼ਵਾਸ ਵਾਲੀ ਵਸਤੂ ਹੈ। ਘੱਟ ਪੜ੍ਹੋ, ਉਹ ਬੇਵਿਸ਼ਵਾਸੀ ਵਸਤੂ ਆ, ਉਹ 'ਚ ਲੋਕਾਂ ਦਾ ਨਿਸ਼ਚਾ ਜ਼ਿਆਦਾ ਹੋਣ ਡਿਆ। ਕਿਉਂਕਿ ਉਹਨਾਂ ਨੇ ਜਿਹੜਾ ਵਿਸ਼ਵਾਸ, ਮਰਿਆਦਾ, ਨਿਸ਼ਚਾ ਸੀ, ਉਹਦੀ ਛੱਡ ਦਿੱਤਾ, ਤੇ ਝੂਠ ਦੀ ਉਹ ਜ਼ਿਆਦਾ ਚਾਹਨਾ ਕਰਨ ਲੱਗ ਪਏ। ਇਸ ਕਰਕੇ ਉਹਨਾਂ ਦਾ ਨਿਸ਼ਚਾ ਜਾਂਦਾ ਹੀ ਰਿਹਾ, ਭਰੋਸਾ, ਯਕੀਨ ਚਲਾ ਗਿਆ। ਹੁਣ ਤੇ ਝੂਠੇ ਨਿਸ਼ਚੇ ਵਿੱਚ ਹੀ ਪਏ ਹੋਏ, ਬੇਵਿਸ਼ਵਾਸੀ ਵਿੱਚ ਹੀ। ਤੇ ਪਾਠ ਜੋ ਨਿਸ਼ਚੈ ਕੋ ਛੱਡ ਕੇ ਕਰੇ ਅਨਿਸ਼ਚੈ ਚਾਹੇ, ਕਰੇ ਪਾਠ ਕੱਕਾ ਰਾਰੇ ਦਲਾਮ, ਕਰੇ ਅਨਿਸ਼ਚੈ ਚਾਹੇ, ਤਿਨ ਕਾ ਨਿਸ਼ਚਾ ਜਾਤ ਹੈ, ਝੂਠ ਅਨਿਸ਼ਚੈ ਮਾਹੇ। ਠੀਕ ਹੈ ਜੀ। ਦੋਹਰਾ ਨਦੀ ਗਰਾਵੇ ਕੂਲ ਕੋ, ਨਦੀ ਜਿਹੜੀ ਪਾਣੀ ਦਾ ਵਹਿਣ ਆ, ਉਹ ਗਰਾਉਂਦੀ ਹੈ।
ਡੇਗਦੀ ਹੈ ਕਿਹਨੂੰ? ਕੂਲ ਕੋ, ਭਾਵ ਕਿਨਾਰੇ ਨੂੰ। ਕੂਲ ਨਾਮ ਕਿਨਾਰੇ ਦਾ, ਕੋ ਨਾਮ ਨੂੰ ਦਾ। ਨਦੀ ਦਰਿਆ ਦਾ ਵਹਿਣ ਜਿਹੜਾ ਨਾ, ਨਦੀ ਦਾ ਵਹਿਣ ਹੈ ਨਾ ਜਿਹੜਾ, ਉਹ ਆਪਣੇ ਕਿਨਾਰਿਆਂ ਨੂੰ ਗਰਾਵੇ ਢਾਉਂਦਾ ਡੇਗਦਾ ਹੈ। ਤੇ ਕੁਲ ਹੈ ਗਰਾਵੇ ਨਾਰ, ਜਿਹੜਾ ਕੁਲ ਆ ਜਿਹੜੀ ਇਸਤਰੀ ਆ, ਜਿਹੜੀ ਆਪਣੇ ਆਚਰਣ ਤੋਂ ਡਿੱਗੀ ਹੋਈ ਨਾ, ਖੋਟੀ ਪਰਾਈ, ਜਿਹੜੀ ਆਚਰਣ ਆਪਣੇ ਸਹੀ ਯਥਾਰਥ ਆਚਰਣ ਤੋਂ ਡਿੱਗੀ ਹੋਈ ਆ, ਉਹ ਕੁਲਹ ਗਰਾਵੇ ਨਾਰ। ਉਹ ਆਪਣੀ ਜਿਹੜੀ ਕੋਲਿਆ ਖਾਨਦਾਨ ਆ, ਉਹ ਖਾਨਦਾਨ ਦੇ ਮਾਣ ਸਨਮਾਨ ਨੂੰ ਜਿਹੜਾ ਹੈ ਨਾ ਗਰਾ ਦਿੰਦੀ। ਠੀਕ ਆ, ਮਾਂ ਖਾਂ ਆਦਰ ਸਨਮਾਨ ਨੂੰ ਗਰਾ ਦਿੰਦੀ, ਡੇਗ ਦਿੰਦੀ, ਢਾਹ ਲਾ ਦਿੰਦੀ, ਬਰਬਾਦ ਕਰ ਦਿੰਦੀ। ਨਾਸ ਕਰਨ ਦਾ ਦੋਨਾਂ ਦੇ ਇੱਕ ਸੁਭਾਅ ਹੈ। ਇੱਕ ਆਚਰਣ ਤੋਂ ਡਿੱਗੀ ਇਸਤਰੀ ਦਾ, ਜਿਹਦਾ ਕੋਈ ਕਰਤੱਵ ਚੰਗਾ ਨਹੀਂ ਹੈ, ਤੇ ਦੂਜਾ ਨਦੀ ਦਾ, ਸੁਤੇ ਸੇਧੀ ਨਦੀ ਦਾ ਸੁਭਾਅ ਆ, ਤੇ ਆਚਰਣ ਤੋਂ ਡਿੱਗੀ ਦਾ ਵੀ ਸੁਤੇ ਸੇਧੀ ਸੁਭਾਅ। ਉਹਦੇ ਕੁੱਲ ਨੂੰ ਗਰਾ ਦਿੰਦੀ, ਡੇਗ ਢਾਹ ਲਾ ਦਿੰਦੀ ਆ, ਤੇ ਨਦੀ ਕਿਨਾਰਿਆਂ ਨੂੰ ਢਾਈ ਜਾਂਦੀ ਹੈ ਪਾਣੀ ਦੇ ਵਹਿਣ ਵਾਲੀ। ਇਨਕਾ ਇੱਕ ਸੁਭਾਵ ਹੈ ਨਦੀ ਦਾ, ਤੇ ਐਸੀ ਵਾਦੀ ਖਲਾਕ ਮੰਦੇ ਆਚਰਣ ਲਈ ਇਸਤਰੀ ਦਾ, ਦੋਨਾਂ ਦਾ। ਇਨਕਾ ਕਹੀਏ ਇਹਨਾਂ ਦਾ, ਦੋਵਾਂ ਦਾ ਇੱਕੋ ਜਿਹਾ ਹੀ ਸੁਭਾਅ, ਇਹੋ ਜਿਹੀ ਇੱਕੋ ਹੀ ਆਦਤ ਪਈ ਹੈ ਮਾੜੀ ਦੋਵਾਂ। ਰਹੀਓ ਆਪ ਸੰਭਾਰ। ਇਸ ਕਰਕੇ ਵੀ ਇਹ ਮਨੁੱਖ, ਤੂੰ ਆਪਣੇ ਆਪ ਨੂੰ ਇਹਨਾਂ ਦੋਨਾਂ ਤੋਂ ਸੰਭਾਲ ਕੇ ਰਹੀਓ, ਸੰਭਾਲ ਕੇ ਰਹੋ ਆਪਣੇ ਆਪ ਨੂੰ, ਰਹਿਣਾ ਕਰੋ ਸੰਭਲ ਕੇ। ਇਹ ਤੇ ਇਹਨਾਂ ਦਾ ਕੰਮ ਡੇਗਣਾ, ਤੂੰ ਡਿੱਗਣਾ ਨਹੀਂ, ਇਹ ਕਹਿ ਰਹੇ ਆ ਚਾਣਕੇ ਰਿਸ਼ੀ ਜੀ। ਚਾਰ ਪਦਾਰਥ ਮੈਂ ਕਛੂ, ਇੱਥੇ ਵਿਸ਼ਰਾਮ। ਚਾਰ ਪਦਾਰਥ ਕਿਹੜੇ ਆ? ਹੈ ਭਾਈ, ਧਰਮ, ਅਰਥ, ਕਾਮ, ਮੋਖ। ਇਹ ਚਾਰ ਜਿਹੜੇ ਪਦਾਰਥ ਆ, ਇਹਨਾਂ ਦੇ ਵਿੱਚ ਕਛੂ ਕਹੀਏ ਕੁਝ ਕੁ, ਜਿਨ ਕੋ ਏਕੋ ਨਾ ਹੈ, ਕੁਝ ਕੁ ਚਾਰੇ ਪਦਾਰਥਾਂ ਵਿੱਚੋਂ ਕੁਝ ਕੁ ਜਿਨ੍ਹਾਂ ਕਿ ਇੱਕ ਹੋਣਾ, ਜਿਨ੍ਹਾਂ ਦੇ ਪਾਸ ਇੱਕ ਵੀ ਨਹੀਂ। ਚਾਰ ਪਦਾਰਥ ਆ ਨਾ, ਧਰਮ, ਅਰਥ, ਕਾਮ, ਮੋਖ। ਤੇ ਇਹਨਾਂ ਚਾਰੇ ਪਦਾਰਥਾਂ ਵਿੱਚੋਂ ਕੁਝ ਵੀ ਜਿਨ ਕੈ ਪਾਠ ਕਰਨਾ, ਕੱਕੇ ਦਲਾਵਾਂ, ਜਿਨ੍ਹਾਂ ਕਹਿ ਦੇ ਕਹੀਏ, ਜਿਨ੍ਹਾਂ ਕਹਿ ਦੇ ਕਹੀਏ, ਜਿਨ੍ਹਾਂ ਦੇ ਇੱਕ ਹੋਣਾ, ਇੱਕ ਵੀ ਨਹੀਂ, ਜਿਨ੍ਹਾਂ ਦੇ ਪਾਸ ਇੱਕ ਵੀ ਨਹੀਂ ਆ। ਜਨਮ ਜਨਮ ਦੁੱਖ ਹੈ ਤਿਨ, ਕਹਿੰਦੇ ਵੀ ਆ ਚਾਰ ਪਦਾਰਥ ਸੀ, ਧਰਮ ਵਿੱਚ ਪਰਪਕਤਾ ਹੋਣੀ, ਤੇ ਫਿਰ ਪਦਾਰਥ ਦੁਨਿਆਵੀ ਜਿਹੜੇ ਧਨ ਦੌਲਤ ਆ, ਕਾਮ ਕਿਹਦਾ ਮਨ ਚਾਹੇ ਸੁਖ ਆਰਾਮ ਕਾਮਨਾ ਕੀਤੀਆਂ ਹੋਈਆਂ ਪੂਰੀਆਂ ਹੋਣੀਆਂ। ਮੋਕਸ਼ ਕਹੀਏ ਦੁਨੀਆ ਦੀ ਮੋਹ ਮਮਤਾ ਤੋਂ ਖਲਾਸੀ, ਬੰਧਨਾਂ ਤੋਂ ਛੁਟਕਾਰਾ, ਮੋਕਸ਼। ਇਹਨਾਂ ਵਿੱਚ ਇੱਕ ਵੀ ਜਿਸ ਮਨੁੱਖ ਕੋਲ ਨਹੀਂ ਹੈ, ਕਹਿੰਦੇ ਜਨਮ ਜਨਮ ਦੁੱਖ ਹੈ ਉਸ ਨੂੰ, ਤੇ ਕਈ ਜਨਮਾਂ ਦੇ ਦੁੱਖ ਜਿਹੜੇ ਹੈ ਨਾ, ਕਈ ਜਨਮਾਂ ਦੇ ਦੁੱਖ ਜਿਹੜੇ ਚਮੜੇ ਰਹਿੰਦੇ, ਤੇ ਨਾ ਕਹੀਏ ਉਸ ਨੂੰ, ਉਸ ਮਨੁੱਖ ਨੂੰ ਜਨਮਾਂ ਦੇ ਦੁੱਖ ਚੰਬੜੇ ਰਹਿੰਦੇ, ਜਾਂ ਤੇ ਨਾ ਕਹੀਏ ਉਹਨਾਂ ਮਨੁੱਖਾਂ ਨੂੰ ਜਿਨ੍ਹਾਂ ਕੋਲ ਇਹਨਾਂ 'ਚ ਇੱਕ ਪਦਾਰਥ ਨਹੀਂ ਹੈਗਾ, ਜਨਮਾਂ ਦੇ ਦੁੱਖ ਚੰਬੜੇ ਰਹਿੰਦੇ। ਮਰਨ ਭਲੋ ਜਗ ਮਾਹੀ, ਮਰਨਾ ਹੀ ਉਸ ਦਾ, ਤੇ ਮਰਨਾ ਹੀ ਭਲਾ ਜਗ ਸੰਸਾਰ ਦੇ ਵਿੱਚ। ਅਤੇ ਨੇ ਪਾਠ ਜਿਹੜਾ ਨਾ ਦਹਿਲੀ ਦੀਪ ਕੀ ਸਮਝ ਲਓ, ਤੇ ਨੇ ਮਰਨ ਭਲੋ ਜਗ ਮਾਹੀ, ਉਹਨਾਂ ਦਾ ਤਾਂ ਸੰਸਾਰ ਵਿੱਚ ਜਗ ਕਈ ਜਗ ਮਾਹੀ, ਜਿਸ ਸੰਸਾਰ ਵਿੱਚ ਮਰਨਾ ਹੀ ਭਲਾ ਚੰਗਾ ਬਿਹਤਰ, ਮਰ ਹੀ ਜਾਣਾ ਚੰਗਾ, ਕੀ ਕਰਨਾ ਇਹਦੇ ਰਹਿ
ਜਿਹਦੀ ਇਹੋ ਜਿਹੀ ਹਾਲਤ ਹੋਈ ਆ ਵੀ ਜ਼ਿੰਦਗੀ ਦੀਆਂ ਲੋੜਾਂ, ਮੁੱਖ ਲੋੜਾਂ ਰੋਟੀ, ਕੱਪੜਾ, ਮਕਾਨ ਮੰਨੇ ਗਏ। ਮਨ ਦੀ ਸ਼ਾਂਤੀ ਲਈ ਧਰਮ ਵਿੱਚ ਵਿਸ਼ਵਾਸ ਹੋਣਾ ਚਾਹੀਦਾ। ਜਿਸ ਕੋਲ ਪੇਟ ਭਰ ਕੇ ਖਾਣ ਵਾਸਤੇ 2 ਡੰਗ ਦੀ ਰੋਟੀ ਨਹੀਂ ਆ, ਪਦਾਰਥ ਨਹੀਂ ਆ, ਤਨ ਢੱਕਣ ਵਾਸਤੇ ਕੱਪੜਾ ਨਹੀਂ ਆ, ਮਨੁੱਖੀ ਲੋੜਾਂ ਦੀ ਪੂਰਤੀ ਵਾਸਤੇ ਲੋੜ ਅਨੁਸਾਰ ਘਰ ਵਿੱਚ ਅਰਥ ਕਹੀਏ ਪੈਸਾ ਨਹੀਂ ਆ। ਹਾਂਜੀ, ਫਿਰ ਜਿਹੜਾ ਸਰੀਰਕ ਸੁੱਖ ਆਰਾਮ ਕਰਨ ਵਾਸਤੇ ਸਿਰ ਢੱਕਣ ਜੋਗੀ ਛੱਤ, ਮਕਾਨ ਨਹੀਂ, ਆਤਮਿਕ ਸੰਤੁਸ਼ਟੀ ਵਾਸਤੇ ਧਰਮ ਭਾਵਨਾ ਨਹੀਂ ਆ, ਉਸ ਆਦਮੀ ਦਾ ਦੁਨੀਆ ਦੇ ਸਿਵਾਏ ਦੁੱਖ ਕਲੇਸ਼ ਭੋਗਣ ਤੋਂ ਸਿਵਾਏ ਹੋਰ ਕੁਝ ਵੀ ਨਹੀਂ। ਉਹ ਤਾਂ ਨਾਂ ਰਹੇ ਦਾ ਚੰਗਾ। ਇਸੇ ਕਰਕੇ ਭਗਤ ਕਬੀਰ ਜੀ, ਭਗਤ ਧੰਨਾ ਜੀ ਨੇ ਭਗਵਾਨ ਅੱਗੇ ਅਰਦਾਸ ਕਰਦਿਆਂ ਇਹਨਾਂ ਜ਼ਰੂਰੀ ਵਸਤਾਂ ਦੀ ਮੰਗ ਕੀਤੀ ਅਤੇ ਕਿਹਾ ਕਿ ਇਹਨਾਂ ਦੇ ਹੋਣ ਕਰਕੇ ਤੇਰੀ ਭਗਤੀ ਵਿੱਚ ਜੁੜਿਆ ਜਾ ਸਕਦਾ ਪਰਮੇਸ਼ਰ। ਕਬੀਰ ਜੀ, ਭਗਤ ਜੀ ਵੀ ਕਹਿੰਦੇ ਆ, ਮੇਰੇ ਪ੍ਰਭੂ ਕਿ ਮੈਂ ਤੇਰੇ ਪਾਸੋਂ ਰੋਜ਼ਾਨਾ ਦਾ ਸਮਾਨ, ਜਿਸ ਵਿੱਚ ਅੱਧ ਸੇਰ ਦਾਲ, 2 ਸੇਰ ਆਟਾ, 1 ਭਾ ਘਿਓ ਨਾਲ ਲੋੜ ਮੁਤਾਬਕ ਲੂਣ, ਮਿਰਚ, ਮਸਾਲਾ, ਸਰੀਰ ਦੇ ਆਰਾਮ ਕਰਨ ਲਈ ਮੰਜੀ, ਬਿਸਤਰਾ ਮੰਗਦਾ। ਤਦ ਹੀ ਜਿਹੜੀ ਇਹ ਪ੍ਰੇਮ ਨਾਲ ਤੇਰੀ ਭਗਤੀ ਕਰ ਸਕਦਾ। ਇਹਨਾਂ ਤੋਂ ਬਿਨਾਂ ਭਗਤੀ ਕਰਨੀ ਬੜੀ ਮੁਸ਼ਕਿਲ ਹੈ। ਭੂਖੈ ਭਗਤ ਨਾ ਕੀਜੈ, ਯਹ ਮਾਲਾ ਆਪਣੀ ਲੀਜੈ, 2 ਸੇਰ ਮੰਗੋ ਚੂਨਾ, ਪਾਓ ਘੀਓ ਸੰਗ ਲੂਨਾ, ਅੱਧ ਸੇਰ ਮੰਗੋ ਦਾਲੇ, ਮੌਕੋ ਦੋਨੋਂ ਵਕਤ ਜਿਵਾਲੇ, ਖਾਟ ਮੰਗੋ ਚੌਪਾਈ, ਸਿਰਹਾਨਾ ਅੰਮ੍ਰਿਤ ਲਾਈ। ਜਿਵੇਂ ਅਰਥ ਕੀਤਾ ਦੱਸ ਦਿੱਤਾ। ਤੇ ਭਗਤ ਜੀ ਕਹਿੰਦੇ, ਗੋਪਾਲ ਤੇਰਾ ਆਰਤਾ, ਜੋ ਜੰਤ ਪੂਰੀ ਭਗਤ ਕਰਨ ਤੇ ਤਿੰਨ ਕੇ ਕਾਸ ਵਾਰਦਾ, ਦਾਲਚੀ ਦਾ ਮੰਗੋ ਘੀਓ, ਹਮਰਾ ਖੁਸ਼ੀ ਕਰੇ ਨਚੀਓ, ਪਨੀਆ ਸ਼ਾਦ ਅਨੇਕਾ, ਨਾਜ ਮੰਗੋ ਸਤਿ ਸੀਕਾ, ਲਹੂ ਪੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ ਜਾਂ ਧੰਨਾ ਲਵੇ ਮੰਗੀ। ਆਰਤੀ ਵਿੱਚ ਰੋਜ਼ ਆਉਂਦਾ। ਸੋ ਇਸ ਕਰਕੇ ਵੀ ਪਰਮੇਸ਼ਰ ਦੇ ਐਸਾ 4 ਪਦਾਰਥ ਦੇ ਦੇਣਾ ਬਾਹਰ। ਉਹੀ ਪਰਮੇਸ਼ਰ ਦੇਣ ਲੱਗਿਆ ਦੇਰ ਨਹੀਂ ਲਾਉਂਦਾ। ਮਨੁੱਖ 'ਚ ਹੀ ਕਮੀ ਆ ਜਿਹੜੀ ਮਿਲਦੀ ਨਹੀਂ ਆ, ਕਿਉਂਕਿ ਭਗਤੀ ਵੀ ਨਹੀਂ ਕੋਈ ਕਰਦਾ। ਭਗਤ ਜੀ ਤੇ ਭਗਤੀ ਕਰਦੇ ਸੀ ਤਾਂ ਮੰਗਿਆ, ਫਿਰ ਕਿਹਾ ਮਹਾਰਾਜ ਭੁੱਖੇ ਭਗਤ ਨਹੀਂ ਕੀਤੀ ਜਾਂਦੀ। ਉਹ ਵੀ ਇੱਕ ਕਹਿਣ ਮਾਤਰ ਆ, ਉਹ ਤੇ ਕਰਦੇ ਰਹੇ। ਤੋ ਰਹੋ ਵਿਚਾਰ, ਜਨਮ ਜਨਮ ਦੁੱਖ ਹੈ ਤੈਨੇ, ਉਹਨਾਂ ਮਨੁੱਖਾਂ ਨੂੰ ਜਨਮ ਜਨਮ ਦੇ ਕਸ਼ਟ ਚਿੰਬੜਿਆ ਹੋਇਆ, ਦੁੱਖ ਲੱਗਾ ਹੋਇਆ, ਮਰਨ ਭਲੋ ਜਗ ਮਾਹੀ। ਉਹਨਾਂ ਨੂੰ ਤੇ ਸੰਸਾਰ ਵਿੱਚ ਮਰਨਾ ਹੀ ਚੰਗਾ ਹੈ। ਦੁਖੀ ਪੁਰਖ ਦਾ ਸੁੱਖ ਵਿੱਚ ਜਿਉਣ ਨਾਲੋਂ ਤੇ ਮਰਨਾ ਹੀ ਚੰਗਾ। ਕਹਿੰਦਾ ਨਾ ਬੰਦਾ, ਮਹਾਰਾਜ ਜੇ ਦੁਖੀ ਰੱਖਣਾ ਨਾ ਚੰਗਾ ਜੇ ਮਾਰ ਹੀ ਦੇ, ਕੋਈ ਫਾਇਦਾ ਕੀ। ਫਰੀਦਾ ਬਾਰ ਪਰ ਆਇਆ ਬੈਸਣਾ, ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰਾਖਸੀ ਜੀਓ ਸਰੀਰ ਹਲੇ। ਕਹਿੰਦੇ ਭਗਤ ਫਰੀਦ ਜੀ। ਅਰਥ ਕਈ ਬਣ ਜਾਂਦੇ ਆ, ਸਿੱਧਾ ਅਰਥ ਆਪਾਂ ਇਸ ਸੁਭਾਅ ਦੇ ਨਾਲ ਟਿਕਾ ਰਹੇ। ਹੁਣ 5ਵਾਂ ਦੋਹਰਾ ਉਚਾਰ ਰਹੇ ਆ। ਕੰਨਿਆ ਬਰੈ ਕੁਲੀਨ ਕੀ, ਹੁਣ ਇਹ ਜਿਹੜਾ ਦੋਹਰਾ ਨਾ ਕਈਆਂ ਦੇ ਦੂਜੇ ਅਧਿਆਏ 'ਚ ਲਿਖਿਆ ਨਹੀਂ ਆ। 5ਵਾਂ ਜਿਹੜਾ ਇੱਥੇ 6ਵਾਂ ਦੋਹਰਾ ਉਹਨੂੰ 5ਵਾਂ ਲਿਖਿਆ ਹੋਇਆ। ਤੇ ਇਹ ਦੋਹਰਾ ਕਈਆਂ ਦੇ ਗ੍ਰੰਥਾਂ ਵਿੱਚ, ਵਿਦਵਾਨਾਂ ਮਹਾਂਪੁਰਸ਼ਾਂ ਨੇ ਟੀਕਿਆਂ ਵਿੱਚ ਨਹੀਂ ਲਿਖਿਆ। ਕਈ ਖਰੜਿਆਂ 'ਚ ਪਾਠ ਹੈ, ਦੋਹਰਾ ਹੈ। ਆਪਾਂ ਇਹਦਾ ਇੱਥੇ ਵਿਚਾਰ ਕਰ ਹੀ ਦਿੰਦੇ। ਕੰਨਿਆ ਵਰੈ ਕੁਲੀਨ ਕੀ, ਕਹਿੰਦੇ ਜਿਹੜੀ ਕੰਨਿਆ ਲੜਕੀ ਕੁੜੀ ਆ, ਉਹਨੂੰ ਵਰੈ ਕਹੀਏ ਵਿਆਹੇ, ਕੁਲੀਨ ਕਹੀਏ ਚੰਗੀ ਖਾਨਦਾਨ, ਚੰਗੇ ਘਰਾਣੇ ਦੀ। ਕੁਲੀਨ ਦੀ ਕਹੀਏ ਚੰਗੀ, ਜਿਹੜੀ ਕੋਹਲਿਆ ਨਾ ਚੰਗੇ ਖਾਨਦਾਨ ਦੀ, ਚੰਗੇ ਘਰਾਣੇ ਦੀ। ਸਿੱਧਾ ਜਿਹਾ ਵੀ ਚੰਗੇ ਘਰਾਣੇ ਦੀ ਕੁੜੀ ਨਾਲ ਵਿਆਹ ਕਰਨਾ ਚਾਹੀਦਾ। ਉਹ ਉਹਨਾਂ ਦੀ ਕੁੜੀ ਵਰੇ। ਇਹ ਰਾਜਨੀਤ ਰਾਜਾ
राजनीति चाणक्य ऋषि कह रहे, जद्यपि रूप की हान, जद्यप कहिए भावें ਉਹ ਰੂਪ ਕੀ ਹਾਨ ਉਹ ਸੋਹਣੀ ਨਾ ਵੀ ਹੋਵੇ। ਚੰਗੀ ਕੁਲ ਦੀ ਕੁੜੀ ਵਰੇ ਭਾਵੇਂ ਕਿ ਉਹ ਰੂਪ ਦੀ ਰੂਪ ਰੰਗ ਦੀ ਉਹ ਐਡੀ ਜਿਹੜੀ ਹਾਨ ਸੋਹਣੀ ਵੀ ਨਾ ਹੋਵੇ, ਵੀ ਰੂਪ ਦੀ ਵੀ ਉਹਨੂੰ ਹਾਨੀ ਹੋਵੇ ਪਰ ਸੋਹਣੀ ਨਾ ਹੋਵੇ ਤਾਂ ਵੀ ਵਰੇ ਕਹਿੰਦੇ। ਰੂਪ ਸੀਲ ਨਹਿ ਨੀਚ ਕੀ, ਤੇ ਕਹਿੰਦੇ ਨੀਵੇਂ ਵਿਚਾਰਾਂ ਵਾਲੇ ਜਿਹੜਾ ਖਾਨਦਾਨ ਆ ਤੇ ਨੀਵੇਂ ਵਿਚਾਰਾਂ ਵਾਲੇ ਖਾਨਦਾਨ ਦੀ ਲੜਕੀ ਭਾਵੇਂ ਕਿੰਨੀ ਵੀ ਰੂਪ ਰੰਗ ਚ ਸੁੰਦਰ ਕਿਉਂ ਨਾ ਹੋਵੇ, ਹਾਂਜੀ, ਨੈ ਨੀਚ ਕੀ, ਉਹ ਕਹਿੰਦੇ ਰੂਪਸ਼ੀਲ ਨੈ ਨੀਚ ਕੀ, ਉਹਦੇ ਨਾਲ ਨਾ ਵਿਆਹ ਕਰੇ, ਉਹਦੇ ਨਾਲ ਹੀ ਵਿਆਹ ਕਹਿੰਦੇ ਕਰਨਾ ਚਾਹੀਦਾ। ਕੀਜੈ ਵਿਆਹੇ ਸਮਾਨ, ਕੀਜੈ ਵਿਆਹੇ ਸਮਾਨ, ਜਿਹੜਾ ਬਰਾਬਰ ਦਾ ਹੈ ਨਾ ਸਮਾਨ, ਬਰਾਬਰ ਦਾ ਖਾਨਦਾਨ ਹੈ, ਬਰਾਬਰ ਦੇ ਖਾਨਦਾਨ, ਬਰਾਬਰ ਦੇ ਚੰਗੇ ਵਿਚਾਰਾਂ ਵਾਲੇ ਪਰਿਵਾਰ ਵਿੱਚ ਵਿਆਹ ਕਰਾਵੇ। ਠੀਕ ਹੈ ਜੀ। ਕਹਿੰਦੇ ਕੰਨਿਆ ਵਰੇ ਕਲੀਨ ਕੀ ਯਦਿ ਰੂਪ ਕੀ ਹਾਨ, ਕਹਿੰਦੇ ਜੇ ਕਿਤੇ ਵਿਆਹ ਹੁੰਦਾ ਹੈ ਨਾ ਚੰਗੀ ਕੁਲ ਵਿੱਚ, ਤੇ ਜਾਂ ਵੀ ਚੰਗੀ ਕੁਲ ਦੀ ਜੇ ਚੰਗੇ ਵਿਚਾਰ ਆ, ਚੰਗੇ ਰਹਿਣ ਸਹਿਣ ਆ, ਉੱਚਾ ਖਾਨਦਾਨ ਆ, ਫਿਰ ਬਹਿਣ ਸਹਿਣ ਰਹਿਣੀ ਕਹਿਣੀ ਬੜੀ ਵਧੀਆ ਜਿੰਨਾਂ ਉਹਨਾਂ ਦੀ ਲੜਕੀ ਵਿਆਹਵੇ, ਜਦ ਪੈ ਰੂਪ ਕੀ ਹਾਨ, ਭਾਵੇਂ ਕਿ ਉਹਦੇ ਰੂਪ ਦੀ ਹਾਨੀ ਹੋਈ ਹੋਵੇ, ਭਾਵੇਂ ਨਹੀਂ ਸੋਹਣੀ ਨਾ ਹੋਵੇ। ਰੂਪ ਸੀਲ ਨਹਿ ਸੀਚ ਕੀ ਨੀਚ ਕੀ, ਕਹਿੰਦੇ ਨੀਚ ਦੀ ਲੜਕੀ ਨਾ ਵਿਆਹਵੇ, ਭਾਵੇਂ ਉਹ ਰੂਪ ਦੀ ਬੜੀ ਸੀਲ ਸੁਭਾਅ ਵਾਲੀ, ਬੜੀ ਰੂਪ ਵਾਲੀ ਹੋਵੇ। ਕੀਜੈ ਵਿਆਹੇ ਸਮਾਨ, ਵੀ ਕਿਹੜੀ ਫਿਰ ਵਿਆਹੇ, ਕਹਿੰਦੇ ਜਾਂ ਤਾਂ ਫਿਰ ਜਿਹੜਾ ਸਮਾਨ ਆਪਣੀ ਕੁੱਲ ਦਾ ਜਿਹਦੇ ਆਪਣੇ ਨਾਲ ਵਿਚਾਰ ਮਿਲਦੇ ਹੋਣ, ਖਾਨਦਾਨ ਮਿਲਦਾ ਹੋਵੇ, ਬਰਾਬਰ ਦਾ ਹੀ ਹੋਵੇ, ਫਿਰ ਉਹਦੀ ਲੜਕੀ ਦੇ ਨਾਲ ਵਿਆਹ ਕੀਜੈ ਕਰਾ ਲਵੇ, ਉਹਦੇ ਨਾਲ ਕਰ ਲਵੇ, ਉਹ ਸਹੀ ਹੈ। ਨੀਚ ਦੀ ਨਹੀਂ ਵਿਆਹਣੀ, ਨੀਚ ਵਿਚਾਰਾਂ ਵਾਲੇ ਦੀ, ਤੇ ਜਿਵੇਂ ਆਪ ਥੋੜਾ ਸਹਿੰਦਾ ਸੁਣਦਾ ਤੇ ਫਿਰ ਆਪਣੇ ਤੋਂ ਨੀਚ ਦੀ ਨਹੀਂ ਵਿਆਹਣੀ, ਚਾਣਕ ਰਿਸ਼ੀ ਮੁਤਾਬਕ। ਔਰ ਗੁਰਮਰਿਆਦਾ ਅਨੁਸਾਰ ਤੇ ਇਹੀ ਆ ਵੀ ਜਿੱਥੇ ਪਰਮੇਸ਼ਰ ਨੇ ਸੰਜੋਗ ਲਿਖਿਆ ਉੱਥੇ ਹੋ ਹੀ ਜਾਣਾ, ਭਾਵੇਂ ਨੀਚ ਹੈ ਤੇ ਭਾਵੇਂ ਉੱਚਾ ਹੋਏ। ਮਤਲਬ ਇੱਥੇ ਚਾਣਕੇ ਜੀ ਦਾ ਸਹੀ ਕਹਿਣਾ, ਉਹ ਕਹਿਣ ਦਾ ਮਤਲਬ ਇਹ ਆ ਵੀ ਚੰਗੇ ਕੁੱਲ ਜੀ ਦੇ ਵਿਚਾਰ ਚੰਗੇ ਨੇ, ਉਹਨਾਂ ਦੀ ਇੱਕ ਇਸਤਰੀ ਵਿਆਹਵੇ, ਭਾਵੇਂ ਉਹਦਾ ਰੂਪ ਰੰਗ ਨਾ ਸੋਹਣਾ ਹੋਵੇ। ਜੇ ਰੂਪ ਰੰਗ ਸੋਹਣਾ ਤੇ ਨੀਚ ਵਿਚਾਰਾਂ ਵਾਲੀ ਲੜਕੀ ਨਾਲ ਕਰ ਲਓਗੇ ਤੇ ਤੁਹਾਨੂੰ ਚਣੇ 'ਚ ਪਾ ਦੂ, ਜਾਂ ਤੇ ਆਪਣੇ ਖਾਨਦਾਨ ਦੇ ਬਰਾਬਰੀ ਜਿਹੜੀ ਉਹਦੇ ਵਿੱਚ ਵਿਆਹ ਕਰਾਵੇ, ਕਿਉਂਕਿ ਤੁਸੀਂ ਨਿਬੜ ਸਕਦੇ ਜੋ, ਉਹ ਤੁਹਾਡੇ ਤੇ ਹੱਕ ਨਹੀਂ ਜਮਾ ਸਕਦੇ। ਜੇ ਨੀਚ ਕੁਲ ਦੀ ਵਿਆਹ ਲਾਂਗੇ ਤੇ ਲੋਕ ਵੀ ਗੱਲਾਂ ਕਰਨਗੇ, ਰੰਗ ਨੂੰ ਪੈ ਗਏ ਆ ਓਏ, ਤੇ ਜਾਤ ਤੇ ਵੇਖ ਲੈਂਦੇ, ਖਾਨਦਾਨ ਤੇ ਵੇਖ ਲੈਂਦੇ, ਉਹ ਤੇ ਕਸਾਈ। ਇਸ ਪ੍ਰਕਾਰ ਕਹਿਣ ਦਾ ਪ੍ਰਯੋਜਨ ਆ ਚਾਣਕ ਰਿਸ਼ੀ ਜੀ ਦਾ, ਸਮਝਦਾਰੀ ਨਾਲ ਹੀ ਉਹਨਾਂ ਕਿਹਾ। ਦੋਹਰਾ ਨਾਰੀ ਕੁਬਜ ਕਰੂਪ ਕੋ, ਨਾਰੀ ਕੁਬਜ ਕਈ ਜਿਹੜੀ ਕੁੱਬੀ ਜਿਸ ਦਾ ਲੱਕ ਮੁੜਿਆ ਹੋਵੇ, ਤੇ ਕਰੂਪ ਭੈੜੀ ਸ਼ਕਲ ਵਾਲੀ ਕਾਲੀ ਜੀ, ਜਿਹਦੇ ਨੈਣ ਨਕਸ਼ ਚੰਗੇ ਨਾ ਹੋਣ, ਬਦ ਸ਼ਕਲ, ਕਿ ਕੁਬਜ ਕੁੱਬੀ ਕਰੂਪ ਬਦ ਸ਼ਕਲ ਕਾਲੀ ਇਸਤਰੀ ਨੂੰ, ਜਿਹੜਾ ਨਾ ਨਾਰੀ ਕੀ ਇਸਤਰੀ ਨੂੰ, ਕੋਦ ਅਰਥ ਨੂੰ ਨਾਰੀ ਕੀ ਇਸਤਰੀ, ਕੁੱਬੀ ਕਰੂਪ ਭੈੜੀ ਬਦ ਸ਼ਕਲ ਜੀ ਵਾਲੀ ਇਸਤਰੀ ਨੂੰ ਚਤਰ ਵਿਆਹਵਤ ਨਾ ਹੈ। ਜਿਹੜਾ ਕਹਿੰਦੇ ਸਿਆਣਾ ਪੁਰਸ਼ ਆ ਉਹ ਤੇ ਚਤਰ ਅਰਥ ਹੁੰਦਾ ਅਕਲ ਵਾਲਾ, ਸਿਆਣਾ ਚੰਗਾ ਸਮਝਦਾਰ, ਉਹ ਤੇ ਨਹੀਂ ਜੇ ਵਿਆਹੁੰਦਾ, ਉਹ ਨਾ ਵਿਆਹਵੇ ਕਦੀ ਵੀ ਜੇ ਸਿਆਣਾ ਦੀ ਹੋਏ। ਸਰੂਪ ਕੁਲਹੀਨ ਮੈਂ, ਕਹਿੰਦੇ ਜੇਕਰ ਸੁੰਦਰ ਔਰਤ ਹੋਏ ਸਰੂਪ, ਸੁੰਦਰ
ਔਰਤ ਹੋਵੇ ਸੋਹਣੇ ਰੂਪ ਵਾਲੀ, ਸੋਹਣੀ ਚੰਗੇ ਨੈਣ ਨਕਸ਼ਾਂ ਵਾਲੀ, ਤੇ ਨੀਵੀਂ ਜਾਤੀ ਦੀ ਹੋਵੇ। ਕੁਲਹੀਣ ਮੈਂ ਕੁਲਹੀਣ, ਨੀਵੀਂ ਜਾਤੀ ਛੋਟੀ ਜਾਤ ਵਿੱਚ ਹੋਵੇ। ਵਿਆਹਤ ਨਹੀਂ ਸ਼ਰਮ ਆਏ, ਕਹਿੰਦੇ ਉਸ ਨਾਲ ਵਿਆਹ ਕਰਵਾਉਣਾ ਸੰਕੋਚ ਨਾ ਕਰੇ। ਪਿਛਲੇ ਦੋਰੇ 'ਚ ਕਿਹਾ ਰੂਪਸ਼ੀਲ ਨਹਿ ਨੀਚ ਕੀ। ਠੀਕ ਹੈ ਜੀ। ਇੱਥੇ ਕਹਿ ਦਿੱਤਾ ਵਾ ਵੀ ਜਿਹਦਾ ਰੂਪ ਚੰਗਾ ਹੋਵੇ, ਕੁਲਹੀਣੀ ਹੋਵੇ, ਤੇ ਵਿਆਹ 'ਚ ਕਦੀ ਸ਼ਰਮਾਏ ਨਾ, ਸੰਕੋਚ ਨਾ ਕਰੇ। ਕਿਉਂਕਿ ਇਹ ਤੇ ਅਸਲ ਵਿੱਚ ਨਾ ਕਾਮੀ ਪੁਰਸ਼ਾਂ ਦੀ ਆਦਤ ਕਹੀ। ਐਸਾ ਕਾਮਦੀਨ ਹੋ ਕੇ ਲੋਕ ਕਰਦੇ ਹੀ ਆ, ਜਿਹਦਾ ਨਤੀਜਾ ਚੰਗਾ ਨਹੀਂ ਨਿਕਲਦਾ। ਕਾਮ ਦੀ ਜਿਹੜੀ ਰੂਪ ਨਾਲ ਦੋਸਤੀ ਹੁੰਦੀ, ਗੁਰਬਾਣੀ 'ਚ ਆਉਂਦਾ ਰੂਪੈ ਕਾਮੈ ਦੋਸਤੀ। ਉੱਪਰ ਮੰਨ ਲਓ ਵੀ ਜਿਹੜਾ ਦੋਹਰਾ ਨਾ ਉਹ ਤੇ ਕਵੀ ਜੀ ਵੱਲੋਂ ਆ, ਤੇ ਆਹ ਤੇ ਕਾਮੀ ਦੀ ਨਾ ਹਾਲਤ ਲਿਖੀ ਹੈ ਕਿ ਕੁੱਬੀ ਕਰੂਪ ਆ ਤੇ ਉਹਨੂੰ ਸਿਆਣਾ ਨਾ ਵਿਆਵੇ। ਹੁਣ ਰੱਬ ਨੇ ਲੇਖਾ ਜੋਖਾ ਲਿਖਿਆ, ਉਹ ਤੇ ਕੀ ਕਰੂ? ਕਹਿੰਦੇ ਵੀ ਚਤਰ ਜਿਹੜਾ ਸਿਆਣਾ ਉਹ ਤੇ ਨਹੀਂ ਵਿਆਹੁੰਦਾ। ਇਹ ਮੰਨ ਵੀ ਕਾਮੀਆਂ ਦੀ ਗੱਲ ਹੈ। ਕਹਿੰਦੇ ਕਾਮੀ ਕਹਿੰਦੇ ਜੇ ਹੋਏ ਨਾ ਰੂਪ ਵਾਲੀ, ਉਹ ਮਾੜੀ ਜਾਤੀ ਵਾਲੀ ਕਿਉਂ ਨਾ ਹੋਵੇ, ਵਿਆਹ ਲਵੇ। ਵਿਆਹੁੰਦਾ ਸ਼ਰਮਾਏ ਨਾ, ਸੰਕੋਚ ਨਾ ਕਰੇ। ਕਿਉਂਕਿ ਰੂਪ ਹੈ ਕਾਮ ਹੈ ਦੋਸਤੀ, ਰੂਪ ਨਾਲ ਤੇ ਕਾਮ ਨਾਲ, ਕਾਮ ਦੀ ਰੂਪ ਨਾਲ ਤੇ ਕਾਮ ਰੂਪ ਦੀ ਕਾਮ ਨਾਲ ਦੋਸਤੀ ਮਿੱਤਰਤਾਈ ਆਪਸ ਵਿੱਚ ਬਣਦੀ ਹੈ। ਜਿੱਥੇ ਰੂਪ ਹੋਊਗਾ ਤੇ ਕਾਮ ਹੋਊਗਾ, ਜਿੱਥੇ ਕਾਮ ਹੋਊਗਾ ਤੇ ਰੂਪ ਨਾਲ ਹੀ ਹੈ। ਮਤਲਬ ਰੂਪ ਨਾਲ ਕਾਮ ਹੈ। ਮੌਤ ਹੋ ਜਾਂਦਾ ਬੰਦਾ ਰੂਪ ਦੇਖ ਕੇ। ਕਾਮੀ ਪੁਰਸ਼ ਦੀ ਇੱਥੇ ਆਦਤ ਕਹੀ। ਦੋਹਰਾ ਜਾਂ ਐਵੇਂ ਵੀ ਜਿਹੜਾ ਪਿਛੇ ਦੋਹਰਾ ਭਰਿਆ, ਉੱਥੇ ਜਿਹੜੇ ਖਾਨਦਾਨ ਦੇ ਹਿਸਾਬ ਨਾਲ ਗੱਲ ਕੀਤੀ, ਜਿਹੜੀ ਇੱਥੇ ਗੱਲ ਕੀਤੀ ਆ, ਇੱਥੇ ਤੇ ਇਹ ਸਾ ਪੱਖ ਨਾ ਕਰ ਦਿੱਤੀ ਆ ਵੀ ਕੁੱਬੀ ਤੇ ਭੈੜੀ ਨਾ ਵਿਆਵੇ, ਤੇ ਦੂਜੀ ਵਿਆਹ ਵਾਲੀ ਜਿਹੜੀ ਕੁੱਲ ਤੋਂ ਰੂਪ ਸੋਹਣੇ ਰੂਪ ਵਾਲੀ ਸ਼ਰਮਾਏ ਨਾ, ਉੱਥੇ ਖਾਨਦਾਨੀ ਦੇ ਪੱਖ ਨਾ ਕਹਿ ਦਿੱਤਾ। ਕੁਝ ਸਮਝ ਲਓ। ਮਤਲਬ ਇਹ ਦੋਹਰਾ ਕਾਮ ਦੇ ਵਰਤਾਏ ਵੀ ਕਾਮੀ ਪੁਰਖਾਂ ਦੀ ਜਿਹੜੀ ਆਦਤ ਕਈ ਇਹਦੇ ਵਿੱਚ ਛੇਵੇਂ ਦੋਹਰੇ 'ਚ। ਦੋਹਰਾ ਕੰਚਨ ਹੋਏ ਜੋ ਕੀਚਮੈ, ਚਾਣਕੇ ਜੀ ਦਾ ਬੜਾ ਵਧੀਆ ਵਿਚਾਰ ਆ। ਕਹਿੰਦੇ ਕੰਚਨ ਹੋਏ ਜੋ ਕੀਚਮੈ, ਜੋ ਕਹੀਏ ਜੇਕਰ, ਕਹਿੰਦੇ ਜੇਕਰ ਚਿੱਕੜ ਦੇ ਵਿੱਚ, ਕੀਚ ਕਹੀਏ ਚਿੱਕੜ, ਮੈਂ ਕਹੀ ਵਿੱਚ, ਜੇਕਰ ਚਿੱਕੜ ਦੇ ਵਿੱਚ ਕੰਚਨ ਕਹੀਏ ਸੋਨਾ ਪਿਆ ਹੋਵੇ ਨਾ, ਗੰਦੀ ਜਗ੍ਹਾ ਨਾਲੀ ਚਿੱਕੜ ਵਿੱਚ ਕਿਤੇ ਡਿੱਗਾ ਪਿਆ ਹੋਵੇ, ਤੇ ਫਿਰ ਕਹਿੰਦੇ ਬਿਖ ਮੈਂ ਅੰਮ੍ਰਿਤ ਹੋਏ, ਅਤੇ ਬਿਖ ਮੈਂ ਕਹੀਏ ਜ਼ਹਿਰ ਵਿੱਚ ਅੰਮ੍ਰਿਤ ਹੋਵੇ ਪਿਆ। ਜਿਹੜਾ ਅੰਮ੍ਰਿਤ ਮੌਤ ਤੋਂ ਰਹਿਤ ਕਰਨ ਵਾਲਾ ਪਵਿੱਤਰ ਜਲ ਪਿਆ ਹੋਵੇ ਜ਼ਹਿਰ ਵਿੱਚ। ਵਿਦਿਆ ਨਾਰੀ ਨੀਚ ਪੈ, ਤੇ ਵਿਦਿਆ ਜਿਹੜੀ ਵਿਦਿਆ ਕਹੀਏ ਗਿਆਨ, ਨੌਲੇਜ ਆ, ਆਤਮਿਕ ਜੀਵਨ ਦੀ ਰੋਸ਼ਨੀ, ਹੁਨਰ ਜਿਹਦੇ ਵਿੱਚ, ਵਿਦਿਆ ਨੀਚ ਪੈ। ਕਹਿੰਦੇ ਵੀ ਜਿਹੜੀ ਵਿਦਿਆ ਨਾ ਸਿੱਖਿਆ ਵਾ, ਜੇ ਕਿਸੇ ਨੀਚ ਮਨੁੱਖ ਜਾਂ ਨਾਰੀ, ਇਸਤਰੀ ਜਿਹੜੀ ਨੀਚ ਇਸਤਰੀ, ਉਹਦੇ ਕੋਲ ਵੀ ਜੇ ਮਿਲੇ, ਠੀਕ ਆ ਜੀ, ਠੀਕ ਆ ਜੀ। ਨਾਰੀ ਦਾ ਅਰਥ ਆ ਇੱਥੇ ਇਸਤਰੀ। ਕਹਿੰਦੇ ਵੀ ਜੇ ਗਿਆਨ ਸਿੱਖਿਆ ਕਿਸੇ ਨੀਚ ਮਨੁੱਖ, ਨੀਚ ਮਨੁੱਖ ਕੋਲ, ਜਾਂ ਨਾਰੀ ਕਹੀਏ ਭੈੜੀ ਇਸਤਰੀ ਨੀਚ ਕੋਲ ਮਿਲੇ, ਚਾਰੋਂ ਲੀਜੈ ਖੋਏ, ਇਹਦੇ ਪ੍ਰਾਪਤ ਕਰਨ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ। ਖੋਹ ਲਵੋ, ਔਖ ਸੌਖ ਕਰਕੇ ਗੁਣ ਲੈ ਲਵੋ। ਇਹ ਨਾ ਵੇਖੋ ਮਾੜੀ ਇਸਤਰੀ, ਇਹਦੇ ਕੋਲ ਵੀ ਗੁਣ ਨਹੀਂ ਲੈਣਾ। ਜੇ ਜਿਹੜੇ ਕਹਿੰਦੀ ਵਿਦਿਆ ਮਿਲਦੀ ਨਾ, ਭਾਵੇਂ ਮਾੜੀ ਇਸਤਰੀ ਆ ਤੇ ਭਾਵੇਂ
ਨੀਚ ਪੁਰਖਿਆ ਪੈ ਕੇ ਇਹਦੇ ਪਾਸੋਂ ਕੋਲੋਂ ਲੈ ਲਓ, ਖੋਹ ਲਓ, ਭਾਵ ਪ੍ਰਾਪਤ ਕਰ ਲਓ, ਹੱਥ ਪੱਲਾ ਜੋੜ ਕੇ ਔਖੇ ਸੌਖੇ ਹੋ ਕੇ ਤੁਹਾਡੇ ਕੰਮ ਆਊਗੀ। ਜਾਂ ਨਾਰੀ ਦਾ ਅਰਥ ਹੁੰਦਾ ਅੱਗ, ਨਾਰੀ ਦਾ ਅਰਥ ਨਾਗੀ ਅੱਗ ਹੀ ਹੁੰਦਾ। ਅੱਗ ਜਿਹੜੀ ਵਿਦਿਆ ਅੱਗ ਨੀਚ ਪੈ ਨੀਵੀਂ ਜਾਤੀ ਵਾਲੇ ਕੋਈ ਵੀ ਹੋਏ ਨਾ, ਜਿਵੇਂ ਬ੍ਰਾਹਮਣ ਨੀਵੀਂ ਜਾਤੀ ਵਾਲਿਆਂ ਨਾਲ ਈਰਖਾ ਜੀ ਕਰਦੇ। ਕਹਿੰਦੇ ਜੇ ਕਵੀ ਬ੍ਰਾਹਮਣ ਸਨ, ਚਾਣਕ ਰਿਸ਼ੀ ਜੀ ਗ੍ਰੰਥ ਕਰਤਾ, ਕਹਿੰਦੇ ਜੇ ਮਿਲਦੀ ਹੈ ਨਾ ਚਾਰੋਂ ਖੋਹ ਲਓ, ਲੈ ਲਓ, ਇਹਦੇ ਵਿੱਚ ਕੋਈ ਹੇਰਾ ਫੇਰੀ ਨਾ ਕਰੋ, ਡਾਵਾਂ ਡੋਲ ਨਾ ਹੋ। ਠੀਕ ਹੈ ਜੀ, ਲੈ ਲੈਣੇ ਚਾਹੀਦੇ ਔਖੇ ਸੌਖੇ ਗਿਆਨ ਲੈ ਲੈਣਾ ਚਾਹੀਦਾ। ਅੱਗ ਮਿਲਦੀ ਅੱਗ ਲੈ ਲਓ, ਪ੍ਰਾਪਤ ਕਰ ਲੈਣਾ ਚਾਹੀਦਾ। ਲੀਜੇ ਖੋਏ ਖੋਹ ਲਓ, ਚਪਟ ਲਓ, ਛੇਤੀ ਲੈ ਲਓ ਚਾਰੋਂ। ਭਾਵ ਜੇ ਚਿੱਕੜ ਵਿੱਚ ਸੋਨਾ ਪਿਆ ਵੀ ਚੁੱਕ ਲਓ, ਜੇ ਅੰਮ੍ਰਿਤ ਵਿੱਚ ਜ਼ਹਿਰ ਵਿੱਚ ਅੰਮ੍ਰਿਤ ਪਿਆ ਅੰਮ੍ਰਿਤ ਕੱਢ ਲਓ। ਨੀਚ ਕੋਲੋਂ ਵਿਦਿਆ ਸਿੱਖ ਲਓ, ਨੀਚ ਕੋਲੋਂ ਅੱਗ ਲੈ ਲਓ, ਨੀਚ ਇਸਤਰੀ ਕੋਲੋਂ ਵਿਦਿਆ ਲੈ ਲਓ। ਟੱਪਦਾ ਜਿਵੇਂ ਸਾਖੀ ਕਹਿੰਦੀ ਛੋਟੀ ਜੀ, ਤੁਲਸੀ ਦਾਸ ਜੀ ਜਿਹੜੇ ਹੈ ਉਹ ਤਪ ਸਾਧਨਾ ਕਰ ਕਰ ਥੱਕ ਗਏ, ਸੋਚਾਂ ਵਿੱਚ ਡੁੱਬੇ, ਡੱਕੋ ਡੋਲੇ ਖਾਂਦੇ ਇੱਕ ਗਲੀ 'ਚੋਂ ਲੰਘ ਰਹੇ ਸਨ। ਗਲੀ ਇੰਨੀ ਕੁ ਭੀੜੀ ਸੀ ਕਿ ਦੋ ਆਦਮੀ ਇਕੱਠੇ ਹੋ ਗਲੀ ਵਿੱਚੋਂ ਆਮੋ ਸਾਹਮਣੇ ਨਹੀਂ ਸਨ ਲੰਘ ਸਕਦੇ। ਅੱਗੋਂ ਇੱਕ ਭੰਗਣ ਸਿਰ 'ਤੇ ਗੰਦ ਦੀ ਟੋਕਰੀ ਚੁੱਕੀ ਆ ਰਹੀ ਸੀ। ਉਸਨੇ ਤੁਲਸੀ ਦਾਸ ਜੀ ਨੂੰ ਦੂਰੋਂ ਦੇ ਕੇ ਉੱਚੀ ਆਵਾਜ਼ 'ਚ ਕਿਹਾ, ਸਵਾਮੀ ਜੀ ਪਾਸੇ ਹੋ ਜਾਓ, ਨਹੀਂ ਤਾਂ ਮੇਰਾ ਕੁਝ ਜਾਣਾ ਨਹੀਂ ਤੇ ਤੁਹਾਡਾ ਕੁਝ ਰਹਿਣਾ ਨਹੀਂ। ਇਹ ਬੋਲ ਸੁਣ ਕੇ ਸਵਾਮੀ ਜੀ ਥੋੜ੍ਹੇ ਝਕੰਨੇ ਹੋਏ। ਝੱਟ ਉਸ ਔਰਤ ਨੂੰ ਜਾ ਮੱਥਾ ਟੇਕੇ ਤੇ ਕਿਹਾ, ਵਈ ਤੂੰ ਅੱਜ ਤੋਂ ਮੇਰਾ ਗੁਰੂ, ਮੈਂ ਤੇਰਾ ਚੇਲਾ, ਮੈਂ ਤੇਰਾ ਬਹੁਤ ਧੰਨਵਾਦੀ ਹਾਂ ਕਿ ਤੂੰ ਮੈਨੂੰ ਸਹੀ ਰਸਤਾ ਦਿਖਾ ਦਿੱਤਾ। ਚੰਗੀ ਗੱਲ ਛੋਟੇ ਕੋਲੋਂ ਮਿਲ ਸਿੱਖ ਲਵੋ, ਹੁਨਰ ਕਿਸੇ ਕੋਲੋਂ ਮਿਲੇ ਲੈ ਲਵੋ, ਸ਼ੁਭ ਸਿੱਖਿਆ ਮਾੜੇ ਤੋਂ ਮਿਲੇ ਕੋਲੋਂ ਮਿਲੇ ਲੈ ਲਓ। ਇਹ ਗੱਲ ਕਵੀ ਛੇਵੇਂ ਦੋਹਰੇ ਵਿੱਚ ਵੀ ਕਰ ਰਹੇ ਆਏ ਆ। ਠੀਕ ਹੈ ਵੀ ਹੋਏ ਸਰੂਪ ਕੁਲਹੀਣ ਮੈਂ, ਹਾਂਜੀ, ਜਾਂ ਤੇ ਜਨ ਸਬਜ ਬਾਤ ਉਚਾਰੀ, ਸੰਬਤ ਮਤ ਸਭ ਅੰਗੀਕਾਰੀ। ਕਹਿੰਦੇ ਨਾ ਸੂਰਜ ਪ੍ਰਕਾਸ਼ ਜੀ ਵੀ ਤਿੰਨ ਸੂਰਜ ਪ੍ਰਕਾਸ਼ ਆਉਂਦਾ ਜਾਂ ਤੇ ਇਸ ਕਰਕੇ ਜਿਹਨੇ ਸ਼ੁਭ ਬਾਤ, ਜਿਹਨੇ ਸ਼ੁਭ ਚੰਗੀ ਗੱਲ ਕਹੀ ਆ, ਸਮੱਤਵਾਦ ਸਭ ਅੰਗੀਕਾਰੀ, ਜਿਹੜੇ ਸ੍ਰੇਸ਼ਟ ਮਤ ਵਾਲੇ ਸਭ ਅੰਗੀਕਾਰ ਉਹਦੀ ਕਰ ਲੈਂਦੇ, ਕੋਈ ਵੀ ਕਿਸੇ ਨੂੰ ਕਹੀ ਜਾਵੇ। ਇਹ ਕਹਿਣ ਦਾ ਜਿਹੜਾ ਮਤਲਬ ਸੀ, ਜਿੱਥੋਂ ਤੁਹਾਨੂੰ ਕੁਝ ਪ੍ਰਾਪਤ ਹੁੰਦਾ ਔਗਣੇ ਆਰੇ ਕੋਈ ਪ੍ਰਾਪਤ ਕਰ ਲਓ। ਹੁਣ ਕਹਿੰਦੇ ਪੁਰਖਣ ਤੇ ਦੁਗਣੀ ਸ਼ੁਦਾ। ਹੁਣ ਕਵੀ ਜੀ ਇਹ ਜਿਹੜਾ ਦੋਹਰਾ ਨਾ ਉਹ ਇਸਤਰੀ ਨੇ ਕੁਝ ਕਮਜ਼ੋਰੀਆਂ, ਕੁਝ ਵਿਸ਼ੇਸ਼ਤਾਵਾਂ ਬਾਰੇ ਦੱਸ ਰਹੇ ਆ। ਕਹਿੰਦੇ ਪੁਰਖਣ ਤੇ ਦੁਗਣੀ ਸੁਣ। ਪੁਰਖਣ ਕਹੀਏ ਬਹੁਵਾਚਕ ਹੈ ਨਾ, ਪਤ ਮਤਲਬ ਪੁਰਸ਼ਾਂ ਤੇ ਕਹੀਏ ਤੋਂ, ਪੁਰਸ਼ਾਂ ਤੋਂ ਇਸਤਰੀ ਵਿੱਚ ਪੁਰਸ਼ਾਂ ਨਾਲੋਂ ਭੁੱਖ ਜਿਹੜੀ ਆ ਦੁਗਣੀ ਹੁੰਦੀ, 2 ਗੁਣਾ ਜ਼ਿਆਦਾ ਹੁੰਦੀ। ਲੋਭ ਕਰਕੇ ਤਵੇ ਨਾਲ ਲਿਖਿਆ ਹੈ ਨਾ ਵੀ ਲੋਭ ਹੁੰਦਾ, ਲਾਲਚੀ ਬਹੁਤ ਹੁੰਦੀ ਆ। ਕਈ ਜਾਂਦੇ ਨਾ ਕਿ ਘਰਾਂ ਵਿੱਚ ਤੇ ਬੰਨਣ ਨੂੰ ਪਹਿਲਾਂ ਤਿਆਰ ਹੁੰਦੇ, ਗੁਰੂ ਘਰਾਂ ਜੀ ਪਹਿਲਾਂ ਬੰਨ ਕੇ ਘਰ ਲਿਆਉਣ ਨੂੰ ਤਿਆਰ ਹੁੰਦੇ। ਭੁੱਖ ਬੰਦਾ ਤਾਂ ਨਹੀਂ ਇਹ ਕੰਮ ਕਰਦਾ ਬਹੁਤਾ। ਇਸਤਰੀ ਵਿੱਚ ਪੁਰਸ਼ਾਂ ਨਾਲੋਂ ਦੁਗਣੀ ਸ਼ੁਦਾ ਭੁੱਖ ਜ਼ਿਆਦਾ ਹੁੰਦੀ, 2 ਗੁਣਾ। ਸਹਿਸਾ ਸ਼ੈ ਗੁਣ ਚ ਨੌਰ, ਜਿਹੜਾ ਸ਼ੱਕੀ ਸੁਭਾਅ, ਜਿਹੜਾ ਸਹਿਸਾ ਆ, ਜਿਹੜਾ ਸ਼ੱਕੀ ਸੁਭਾਅ, ਉਹ 6 ਗੁਣਾ ਨਾਰ ਗਈ ਇਸਤਰੀ ਵਿੱਚ ਬੰਦੇ ਨੂੰ ਵੱਧ ਹੁੰਦਾ। ਭੁੱਖ 2 ਗੁਣਾ ਵੱਧ ਕਿਉਂ? ਕਿਉਂਕਿ ਦੁਗਣੀ ਇਸ ਕਰਕੇ ਉਹਨੇ ਇਸਤਰੀ ਦੇ ਬੱਚਾ ਪੈਦਾ ਹੁੰਦਾ, ਪੇੜ ਵੀ ਜਠਰਾਗਣੀ ਹੁੰਦੀ ਹੈ ਅਤੇ ਪੁਰਸ਼ਾਂ ਨਾਲੋਂ ਦੁਗਣੀ ਇੱਕ ਤੇਜ਼ ਹੁੰਦੀ ਹੈ, ਜਿਸ ਕਰਕੇ ਭੁੱਖ ਵੀ ਦੁਗਣੀ ਲੱਗਦੀ ਹੈ। ਖਾਧਾ ਹੋਇਆ ਭਸਮ ਛੇਤੀ ਹੋ ਜਾਂਦਾ, ਤਾਂ ਕਰਕੇ 2 ਗੁਣਾ ਦੁਗਣੀ ਭੁੱਖ ਹੈ। ਅਤੇ ਸੰਸਦ 6 ਗੁਣ,
ਸ਼ੱਕੀ ਸੁਭਾਅ ਜ਼ਿਆਦਾ ਹੁੰਦਾ। ਇਹ ਜਿਹੜੇ ਗ੍ਰਸਤੀ ਜੀਣ ਵਾਲੇ ਆ ਉਹਨਾਂ ਨੂੰ ਸਿਰੇ ਇਹ ਪਤਾ ਹੈ। ਬੁੱਧ ਚੌਗੁਣੀ ਨਾਰ ਮੈਂ, ਬੁੱਧ ਦੇ ਧੱਦੇ ਨੂੰ ਸਿਆਰੀ ਹੈ। ਜਿਹੜੀ ਅਕਲ ਵਿੱਚ ਇਸਤਰੀ 4 ਗੁਣ ਅੱਗੇ ਨਾਰ ਮੈਂ। ਇਸਤਰੀ ਵਿੱਚ ਚੌਗੁਣੀ 4 ਗੁਣਾ ਵੱਧ ਬੁੱਧੀ ਹੁੰਦੀ ਬੰਦੇ ਨਾਲ, ਦਿਮਾਗ ਨਾਲ। ਇਹ ਪ੍ਰਤਾਖੀ ਪ੍ਰਮਾਣ ਆ। ਸਕੂਲਾਂ ਸਕਾਲਾਂ 'ਚ ਵੀ ਕਾਲਜਾਂ 'ਚ ਵੀ ਮੁੰਡੇ ਵੇਖੋ ਨਿਕੰਮੇ ਹੀ ਹੁੰਦੇ ਆ ਅਤੇ ਲੜਕੀਆਂ ਜਿਹੜੀਆਂ ਪੜ੍ਹਾਈ ਵਿੱਚੋਂ ਚੰਗੀਆਂ ਹੁੰਦੀਆਂ। ਘਰ ਘਰ ਇਹੀ ਹਾਲ ਆ, ਮੁੰਡੇ ਨੂੰ ਆਉਂਦਾ ਕੱਖ ਨਹੀਂ ਆ ਅਤੇ ਕੁੜੀਆਂ ਚੰਗਾ ਪੜ੍ਹਦੀਆਂ। ਮਤਲਬ ਬੁੱਧੀ ਵਿੱਚੋਂ 4 ਗੁਣਾ ਵੱਧ ਹੈ ਇਸਤਰੀ। ਕਾਮ 4 ਅਰ 4 ਅਤੇ ਕਾਮ ਵਾਸ਼ਨਾ ਜਿਹੜੀ ਆ, ਵਿਸ਼ੇ ਭੋਗ ਵਾਸ਼ਨਾ, ਉਹ 8 ਗੁਣਾ, 4 ਤੇ 4 8 ਗੁਣਾ ਵੱਧ ਹੁੰਦੀ। ਵਿਹਾਰ ਨਹੀਂ ਕਰਦੀ, ਸੰਕੋਚ ਹੈ, ਸ਼ਰਮ ਹੈ, ਪਰ 8 ਗੁਣਾ ਕਾਮ ਚੇਸ਼ਟਾ ਦੀ ਜਿਹੜੀ ਵਾਸ਼ਨਾ ਹੁੰਦੀ ਹੈ। ਇਹ ਗੁਣ ਵੀ ਆ ਅਤੇ ਕਮਜ਼ੋਰੀਆਂ ਵੀ ਆ। ਕਾਮ ਕਮਜ਼ੋਰੀ ਆ, ਸੰਸਾ ਕਮਜ਼ੋਰੀ ਆ, ਭੁੱਖ ਕਮਜ਼ੋਰੀ ਆ, ਬੁੱਧੀ ਵਿਸ਼ੇਸ਼ਤਾ ਹੀ। ਸੋ ਅੱਜ ਆਪਾਂ ਇੱਥੇ ਸਮਾਪਤੀ ਕਰੀਏ। 8 ਦੋਰੇ ਹੋ ਗਏ ਅੱਜ, ਬਾਕੀ ਆਪਾਂ ਕੱਲ੍ਹ ਪੜ੍ਹਾਂਗੇ। ਹੁਣ ਇੱਥੇ ਸਮਾਪਤੀ ਕਰੀਏ। ਪੁਰਖਣ ਤੇ ਦੁਗਣੀ ਸ਼ੁਦਾ, ਸਹਿਸਾ ਸ਼ੈ ਗੁਣ ਚਾ ਨਾਰ, ਬੁੱਧ ਚੌਗੁਣੀ ਨਾਰ ਮੈਂ, ਕਾਮ 4 ਅਰ 4। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।